1970 ਦੇ ਵਿੱਚ ਕਣਕ ਦਾ ਜਿਹੜਾ ਰੇਟ ਸੀ ਉਹ ਸਿਰਫ ਤੇ ਸਿਰਫ 76 ਰੁਪਏ ਸੀ 1970 ਦੇ ਵਿੱਚ, ਤੇ 2015 ਦੇ ਵਿੱਚ ਵੱਧ ਕੇ ਕਣਕ ਦਾ ਰੇਟ 1450 ਹੋਇਆ 2015 ਚ। 45 ਸਾਲਾਂ ਦੇ ਵਿੱਚ ਕਣਕ ਦਾ ਰੇਟ ਸਿਰਫ ਤੇ ਸਿਰਫ 19 ਗੁਣਾ ਵਧਿਆ। ਡਾਕਟਰਾਂ ਦੀਆਂ ਤਨਖਾਹਾਂ, ਮਾਸਟਰਾਂ ਦੀਆਂ ਤਨਖਾਹਾਂ ਜਾਂ ਹੋਰ ਖਿੱਤੇ ਵਾਲਿਆਂ ਦੀਆਂ ਤਨਖਾਹਾਂ 200 ਤੋਂ 250 ਗੁਣਾ ਵੱਧ ਗਈਆਂ 1970 ਤੋਂ ਲੈ ਕੇ 2016 ਦੀ ਇੱਕ ਮੈਂ ਰਿਪੋਰਟ ਤੁਹਾਨੂੰ ਦੱਸਾਂ। ਭਾਰਤ ਦੀਆਂ 17 ਸਟੇਟਾਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਆਮਦਨ ਆ ਸਾਲ ਦੀ 20,000 ਰੁਪਇਆ ਆ। ਭਾਰਤ ਦੀਆਂ ਇਹ 2016 ਦੀ ਇੱਕ ਰਿਪੋਰਟ ਦੀ ਗੱਲ ਕਰਦਾ ਮੈਂ। 17 ਸਟੇਟਾਂ ਦੇ ਵਿੱਚ ਕਿਸਾਨਾਂ ਦੀ ਆਮਦਨ, ਇੱਕ ਕਿਸਾਨ ਦੀ 20,000 ਰੁਪਇਆ ਪਰ ਸਾਲ ਆ, ਤੇ ਜੇ ਮਹੀਨੇ ਨਾਲ ਦੇਖੀਏ 1700 ਰੁਪਇਆ ਕਮਾਉਂਦੇ ਮਹੀਨਾ, ਤੇ ਦਿਨ ਦੀ 57 ਰੁਪਏ ਸਿਰਫ ਤੇ ਸਿਰਫ ਆਮਦਨ ਆ ਕਿਸਾਨਾਂ ਦੀ 17 ਸਟੇਟਾਂ ਵਿੱਚ। ਤੇ ਮਹਾਰਾਸ਼ਟਰ ਜਾਓਗੇ ਨਾ ਤੁਸੀਂ, ਕਰਨਾਟਕਾ, ਮੱਧ ਪ੍ਰਦੇਸ਼, ਇੰਨੀ ਮਾੜੀ ਹਾਲਤ ਆ ਕਿਸਾਨਾਂ ਦੀ ਕਿ ਉੱਥੇ ਸਭ ਤੋਂ ਜ਼ਿਆਦੀਆਂ ਖੁਦਕੁਸ਼ੀਆਂ ਹੁੰਦੀਆਂ। ਪੰਜਾਬ ਤੇ ਹਰਿਆਣਾ ਚਲੋ ਇੱਥੇ ਦਾ ਕਿਸਾਨੀ ਢਾਂਚਾ ਥੋੜਾ ਜਿਹਾ ਐਡਵਾਂਸ ਹੋ ਗਿਆ, ਨਹੀਂ ਤਾਂ ਭਾਰਤ ਦੀਆਂ ਹੋਰ ਸਟੇਟਾਂ ਵਿੱਚ ਕਿਸਾਨਾਂ ਦੀ ਹਾਲਤ ਬਹੁਤ ਨਾਜ਼ੁਕ ਆ। NCR ਦੀ ਰਿਪੋਰਟ ਮੁਤਾਬਕ ਇੱਕ ਦਿਨ ਦੇ ਵਿੱਚ 33 ਤੋਂ 34 ਕਿਸਾਨ ਖੁਦਕੁਸ਼ੀਆਂ ਕਰਦੇ ਆ। ਡਾਕਟਰ MS ਸਵਾਮੀਨਾਥਨ ਦੀ ਰਿਪੋਰਟ ਆ ਸਿਰਫ ਤੇ ਸਿਰਫ ਕਿਸਾਨਾਂ ਦੀਆਂ ਖੁਦਕੁਸ਼ੀਆਂ ਘੱਟ ਕੀਤੀਆਂ ਜਾਣ ਤੇ ਇਹਨਾਂ ਦਾ ਜਿਹੜਾ ਮੁੱਲ ਆ ਫਸਲਾਂ ਦਾ ਸਹੀ ਦਿੱਤਾ ਜਾਵੇ। ਨੈਸ਼ਨਲ ਹਾਈਵੇ ਆ ਜੰਮੂ ਕਸ਼ਮੀਰ ਤੋਂ ਦਿੱਲੀ ਤੱਕ ਆਉਂਦਾ, ਜਿੰਨੇ ਕਿਸਾਨਾਂ ਵੀਰਾਂ ਦੇ ਘਰ ਆ ਨਾ, ਜਿੰਨੇ ਕਿਸਾਨ ਵੀਰ ਜਾਂ ਕਿਸਾਨ ਦੀ ਸਪੋਰਟਰ ਵਿੱਚ ਖੜੇ ਆ, ਮੈਂ ਬੇਨਤੀ ਕਰਦਾ ਸਾਰਿਆਂ ਦੀਆਂ ਕੋਠਿਆਂ ਉੱਤੇ ਝੰਡੇ ਲੱਗੇ ਜਾਣ ਕਿਸਾਨੀ ਦੇ, ਕਿਉਂਕਿ ਨੈਸ਼ਨਲ ਜਿਹੜਾ ਹਾਈਵੇ ਆ ਉੱਤੇ MP ਵੀ ਜਾਣਗੇ, MLA ਵੀ ਜਾਣਗੇ, ਮੰਤਰੀ ਵੀ ਜਾਣਗੇ। ਜਦ ਦੇਖਣਗੇ ਬਈ ਐਨੇ ਸਪੋਰਟਰ ਇਹਨਾਂ ਦੇ ਖੜੇ ਆ ਤੇ ਇਹਨਾਂ ਤੇ ਮਾਨਸਿਕ ਦਬਾਅ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਧੰਨਤਾ ਦੇ ਯੋਗ ਹੋ ਜੋ ਮੋਰਚਾ ਸਾਂਭ ਕੇ ਬਹੁਤ ਦਿਨਾਂ ਤੋਂ ਇੱਥੇ ਬੈਠੇ ਹੋਏ ਹੋ। ਬੜਾ ਹੌਸਲਾ ਸਾਡੀਆਂ ਮਾਈਆਂ ਦਾ, ਸਾਡੇ ਬਜ਼ੁਰਗਾਂ ਦਾ। ਹੁਣ ਆਪਾਂ ਅੱਜ ਗੱਲ ਕਰਦੇ ਹਾਂ ਸਵਾਮੀਨਾਥਨ ਕਮਿਸ਼ਨ ਦੀ। ਜੇ ਆਪਾਂ ਕੋਈ ਐਜੀਟੇਸ਼ਨ ਜਿੱਤਣਾ ਹੁੰਦਾ ਆ ਤੇ ਉਹਦੇ ਬਾਰੇ ਨੌਲੇਜ ਸਾਨੂੰ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ। ਆਪਾਂ ਕਹਿੰਦੇ ਆ ਕਿ ਸਵਾਮੀਨਾਥਨ ਰਿਪੋਰਟ ਲਾਗੂ ਹੋਣੀ ਚਾਹੀਦੀ ਆ, ਸਾਨੂੰ ਪਤਾ ਨਹੀਂ ਹੈ ਸਵਾਮੀਨਾਥਨ ਰਿਪੋਰਟ ਕੀ ਆ। ਅੱਜ ਆਪਾਂ ਕੁਝ ਅੰਕੜਿਆਂ ਮੁਤਾਬਕ ਹੀ, ਤੱਥ ਮੁਤਾਬਕ ਹੀ ਗੱਲ ਕਰਨੀ ਆ। ਡਾਕਟਰ MS ਸਵਾਮੀਨਾਥਨ ਜੀ ਦਾ ਜਨਮ 1925 ਦੇ ਵਿੱਚ ਤਾਮਿਲਨਾਡੂ ਵਿੱਚ ਹੋਇਆ ਸੀ। 1965 ਦੇ ਵਿੱਚ ਇਹਨਾਂ ਨੇ ਮੈਕਸੀਕੋ ਦਾ ਬੀਜ ਲੈ ਕੇ ਭਾਰਤ ਦੇ ਬੀਜ ਨਾਲ ਮਿਸ਼ਰਣ ਕਰਕੇ ਹਾਈਬ੍ਰਿਡ ਬੀਜ ਪੈਦਾ ਕੀਤਾ ਤੇ ਹਰੀ ਕ੍ਰਾਂਤੀ ਦੇ ਫਾਦਰ, ਹਰੀ ਕ੍ਰਾਂਤੀ ਦੇ ਪਿਤਾ ਇਹਨਾਂ ਨੂੰ ਕਿਹਾ ਜਾਣ ਲੱਗਾ। ਇਹਨਾਂ ਨੂੰ ਪਦਮ ਭੂਸ਼ਣ ਵਰਗੇ ਕਈ ਅਵਾਰਡ ਸਰਕਾਰ ਵੱਲੋਂ ਮਿਲੇ ਆ। 2004 ਦੇ ਵਿੱਚ ਇੱਕ ਕਮਿਸ਼ਨ ਬਣਿਆ ਸੀ, ਨੈਸ਼ਨਲ ਕਮਿਸ਼ਨ ਔਨ ਫਾਰਮਰਸ। ਉਹਦੇ ਅਧਿਅਕਸ਼ ਬਣਾਏ ਸੀ ਸਵਾਮੀਨਾਥਨ ਜੀ। ਇਹਨਾਂ ਨੇ ਪਹਿਲੀ ਰਿਪੋਰਟ ਦਿੱਤੀ ਸੀ ਸਰਕਾਰ ਨੂੰ 2004 ਦੇ ਵਿੱਚ। ਦੂਜੀ ਰਿਪੋਰਟ 2005 ਦੇ ਵਿੱਚ 2 ਵਾਰੀ ਰਿਪੋਰਟਾਂ ਦਿੱਤੀਆਂ ਗਈਆਂ ਕਿ ਇਹ ਕਮਿਸ਼ਨ ਲਾਗੂ ਕੀਤਾ ਜਾਵੇ। 3 ਦੇ ਦਿੱਤੀਆਂ ਤੇ ਚੌਥੀ ਰਿਪੋਰਟ 2006 ਦੇ ਵਿੱਚ ਤੇ 5ਵੀਂ ਰਿਪੋਰਟ ਵੀ 2006 ਵਿੱਚ ਦਿੱਤੀ ਗਈ। ਹੁਣ ਤੱਕ ਟੋਟਲ 5 ਰਿਪੋਰਟਾਂ ਸਰਕਾਰ ਨੂੰ ਦੇ ਦਿੱਤੀਆਂ ਗਈਆਂ ਸਵਾਮੀਨਾਥਨ ਕਮਿਸ਼ਨ ਦੀਆਂ, ਪਰ ਹਜੇ ਤੱਕ ਇਹ ਲਾਗੂ ਨਹੀਂ ਹੋਇਆ। ਹੁਣ ਤੁਸੀਂ ਕਹੋਗੇ ਰਿਪੋਰਟ ਜਾਰੀ ਕਰਨ ਦਾ ਕੀ ਮਕਸਦ ਸੀ? ਇਹਦਾ ਬੇਸ ਆਪਾਂ ਸਮਝੀਏ ਕਿ ਸਵਾਮੀਨਾਥਨ ਕਮਿਸ਼ਨ ਲਾਗੂ ਕਿਉਂ ਕਰਾਉਣਾ ਚਾਹੁੰਦੇ ਆ ਅਸੀਂ। ਇਹ ਬੇਸ ਕਿਹੜੇ ਤੇ ਬਣਿਆ ਸੀ ਇਹ ਕਮਿਸ਼ਨ? ਅਸੀਂ 2 ਚੀਜ਼ਾਂ ਇਹਦੇ ਬਾਰੇ ਪੜ੍ਹੀਆਂ। ਇੱਕ ਤਾਂ ਜੋ ਫਸਲਾਂ ਦਾ ਸਹੀ ਮੁੱਲ ਸਾਨੂੰ ਨਹੀਂ ਮਿਲਦਾ ਭਾਰਤ ਵਿੱਚ। ਨੰਬਰ 2 ਤੇ ਜੋ ਖੁਦਕੁਸ਼ੀਆਂ ਕਿਸਾਨਾਂ ਦੀਆਂ ਹੁੰਦੀਆਂ। ਹੁਣ ਧਿਆਨ ਦਿਓ ਜਰਾ ਇੱਧਰ ਸਾਰੇ ਮੇਰੇ ਵੱਲ, ਤਾਂ ਜੋ ਤੁਹਾਨੂੰ ਗੱਲ ਸਮਝ ਲੱਗ ਸਕੇ। 1970 ਦੇ ਵਿੱਚ ਕਣਕ ਦਾ ਜਿਹੜਾ ਰੇਟ ਸੀ ਉਹ ਸਿਰਫ ਤੇ ਸਿਰਫ 76 ਰੁਪਏ ਸੀ 1970 ਦੇ ਵਿੱਚ, ਤੇ 2015 ਦੇ ਵਿੱਚ ਵੱਧ ਕੇ ਕਣਕ ਦਾ ਰੇਟ 1450 ਹੋਇਆ 2015 ਚ। 45 ਸਾਲਾਂ ਦੇ ਵਿੱਚ ਕਣਕ ਦਾ ਰੇਟ ਸਿਰਫ ਤੇ ਸਿਰਫ 19 ਗੁਣਾ ਵਧਿਆ।
ਡਾਕਟਰਾਂ ਦੀਆਂ ਤਨਖਾਹਾਂ, ਮਾਸਟਰਾਂ ਦੀਆਂ ਤਨਖਾਹਾਂ ਜਾਂ ਹੋਰ ਖਿੱਤੇ ਵਾਲਿਆਂ ਦੀਆਂ ਤਨਖਾਹਾਂ 200 ਤੋਂ 250 ਗੁਣਾ ਵੱਧ ਗਈਆਂ 1970 ਤੋਂ ਲੈ ਕੇ। ਤੇ ਇਹਨਾਂ ਦੀਆਂ ਇੰਨੀਆਂ ਤਨਖਾਹਾਂ ਵਧਣ ਕਾਰਨ ਅਸੀਂ ਪਿੱਛੇ ਰਹਿ ਗਏ, ਪਿਛੜੇ ਹੋਏ। ਅਸੀਂ ਕਰਜ਼ੇ ਲੈਣੇ ਸ਼ੁਰੂ ਕੀਤੇ। ਗਰੀਬੀ ਵਿੱਚ ਸਾਡਾ ਘਰ ਵਿੱਚ ਰੋਜ਼ਮर्रा ਦੀਆਂ ਚੀਜ਼ਾਂ ਨਹੀਂ ਸੀ ਆਉਂਦੀਆਂ, ਕਰਜ਼ੇ ਲੈ ਕਰਜ਼ੇ ਥੱਲੇ ਅਸੀਂ ਦੱਬਣਾ ਸ਼ੁਰੂ ਹੋ ਗਏ। 2016 ਦੀ ਇੱਕ ਮੈਂ ਰਿਪੋਰਟ ਤੁਹਾਨੂੰ ਦੱਸਾਂ, ਭਾਰਤ ਦੀਆਂ 17 ਸਟੇਟਾਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਆਮਦਨ ਆ ਸਾਲ ਦੀ 20,000 ਰੁਪਇਆ। ਭਾਰਤ ਦੀਆਂ ਇਹ 2016 ਦੀ ਇੱਕ ਰਿਪੋਰਟ ਦੀ ਗੱਲ ਕਰਦਾ ਮੈਂ। 17 ਸਟੇਟਾਂ ਦੇ ਵਿੱਚ ਕਿਸਾਨਾਂ ਦੀ ਆਮਦਨ, ਇੱਕ ਕਿਸਾਨ ਦੀ 20,000 ਰੁਪਇਆ ਪਰ ਸਾਲ ਆ। ਤੇ ਜੇ ਮਹੀਨੇ ਨਾਲ ਦੇਖੀਏ 1700 ਰੁਪਇਆ ਕਮਾਉਂਦੇ ਮਹੀਨਾ, ਤੇ ਦਿਨ ਦੀ 57 ਰੁਪਏ ਸਿਰਫ ਤੇ ਸਿਰਫ ਆਮਦਨ ਆ ਕਿਸਾਨਾਂ ਦੀ 17 ਸਟੇਟਾਂ ਵਿੱਚ। ਕਿਤੇ ਮਹਾਰਾਸ਼ਟਰ ਜਾਓਗੇ ਨਾ ਤੁਸੀਂ, ਕਰਨਾਟਕਾ, ਮੱਧ ਪ੍ਰਦੇਸ਼, ਐਨੀ ਮਾੜੀ ਹਾਲਤ ਹੈ ਅੱਜ ਕਿਸਾਨਾਂ ਦੀ ਕਿ ਉੱਥੇ ਸਭ ਤੋਂ ਜ਼ਿਆਦੀਆਂ ਖੁਦਕੁਸ਼ੀਆਂ ਹੁੰਦੀਆਂ। ਪੰਜਾਬ ਤੇ ਹਰਿਆਣਾ ਚਲੋ ਇੱਥੇ ਦਾ ਕਿਸਾਨੀ ਢਾਂਚਾ ਥੋੜਾ ਜਿਹਾ ਐਡਵਾਂਸ ਹੋ ਗਿਆ, ਨਹੀਂ ਤਾਂ ਭਾਰਤ ਦੀਆਂ ਹੋਰ ਸਟੇਟਾਂ ਵਿੱਚ ਕਿਸਾਨਾਂ ਦੀ ਹਾਲਤ ਬਹੁਤ ਨਾਜ਼ੁਕ ਆ। ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਖੁਦਕੁਸ਼ੀਆਂ ਦੇ, ਤੇ NCRB ਦੀ ਜਿਹੜੀ ਰਿਪੋਰਟ ਆ, ਨੈਸ਼ਨਲ ਕ੍ਰਾਈਮ ਬਿਊਰੋ ਦੀ ਰਿਪੋਰਟ ਆ ਜਿਹੜੀ, ਉਹ ਕਹਿੰਦੀ ਆ ਕਿ ਭਾਰਤ ਦੇ ਵਿੱਚ 44 ਮਿੰਟਾਂ ਵਿੱਚ ਇੱਕ ਕਿਸਾਨ ਖੁਦਕੁਸ਼ੀ ਕਰਦਾ। 44 ਮਿੰਟਾਂ 'ਚ ਇੱਕ ਕਿਸਾਨ ਖੁਦਕੁਸ਼ੀ ਕਰਦਾ, ਤੇ ਇੱਕ ਦਿਨ ਦੇ ਵਿੱਚ 33 ਤੋਂ 34 ਕਿਸਾਨ ਖੁਦਕੁਸ਼ੀਆਂ ਕਰਦੇ ਆ, NCRB ਦੀ ਰਿਪੋਰਟ ਜਿਹੜੀ ਆ। ਤੇ ਇਹ ਤੋਂ ਕਿਤੇ ਜ਼ਿਆਦਾ ਆંકੜੇ ਹੋਣਗੇ, ਕਿਉਂਕਿ ਇਹ ਰਜਿਸਟਰ ਹੋਏ ਹੁੰਦੇ ਆ ਥਾਣਿਆਂ ਵਿੱਚ ਜਾਂ ਇਹਨਾਂ ਦੀ ਨੌਲੇਜ ਵਿੱਚ ਹੁੰਦੀ ਆ। ਤੇ ਜਿਹੜੇ ਥਾਣਿਆਂ ਤੱਕ ਗੱਲ ਨਹੀਂ ਜਾਂਦੀ ਕਿਸਾਨਾਂ ਦੀ, ਉਹ ਕਿੰਨੀਆਂ ਖੁਦਕੁਸ਼ੀਆਂ ਹੋਣਗੀਆਂ ਉਹ ਕੋਈ ਹਿਸਾਬ ਨਹੀਂ ਲਾ ਸਕਦੇ। NCR ਦੀ ਰਿਪੋਰਟ ਮੁਤਾਬਕ ਇੱਕ ਦਿਨ ਦੇ ਵਿੱਚ 33 ਤੋਂ 34 ਕਿਸਾਨ ਖੁਦਕੁਸ਼ੀਆਂ ਕਰਦੇ ਆ, ਤੇ ਇੱਕ ਮਹੀਨੇ ਦੇ ਵਿੱਚ ਲਗਭਗ 1000 ਕਿਸਾਨ ਖੁਦਕੁਸ਼ੀਆਂ ਕਰ ਲੈਂਦਾ ਭਾਰਤ ਵਿੱਚ। ਤੇ ਇੱਕ ਸਾਲ ਵਿੱਚ ਅੱਜ ਦੀਆਂ ਡੇਟਾ 'ਚ 12,000 ਕਿਸਾਨ ਖੁਦਕੁਸ਼ੀਆਂ ਕਰਦੇ ਆ ਭਾਰਤ ਵਿੱਚ। ਤੇ ਜੇ ਟੋਟਲ NCR ਦੀ ਰਿਪੋਰਟ ਦੇਖੀਏ, 1995 ਤੋਂ ਇਹ ਰਿਪੋਰਟ ਲਾਗੂ ਹੋਣੀ ਸ਼ੁਰੂ ਹੋਈ ਆ। 1995 ਤੋਂ ਲੈ ਕੇ 2019 ਤੱਕ 3,63,000 ਕਿਸਾਨ ਖੁਦਕੁਸ਼ੀਆਂ ਕਰ ਚੁੱਕਿਆ ਭਾਰਤ ਵਿੱਚ ਕਿਸਾਨੀ ਮੁੱਦੇ ਤੇ, ਕਿਸਾਨੀ ਤੋਂ ਤੰਗ ਆ ਕੇ। 3,63,000 ਕਿਸਾਨ ਅੱਜ ਤੱਕ ਖੁਦਕੁਸ਼ੀਆਂ ਕਰ ਚੁੱਕਿਆ। ਇਹ NCR ਦੀ ਵੀ ਰਿਪੋਰਟ ਆ। ਤੇ ਸਭ ਤੋਂ ਜ਼ਿਆਦੀਆਂ ਖੁਦਕੁਸ਼ੀਆਂ ਹੁੰਦੀਆਂ ਮਹਾਰਾਸ਼ਟਰ ਵਿੱਚ। ਕਿੰਨੀ ਅੰਕੜਾ ਉਹਨਾਂ ਦਾ? 1995 ਤੋਂ ਲੈ ਕੇ 2013 ਤੱਕ 60,750 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਕੱਲੇ ਮਹਾਰਾਸ਼ਟਰ ਵਿੱਚ। ਕੱਲੇ ਮਹਾਰਾਸ਼ਟਰ 2004 ਦੇ ਵਿੱਚ ਸਭ ਤੋਂ ਜ਼ਿਆਦੀਆਂ ਖੁਦਕੁਸ਼ੀਆਂ ਹੋਈਆਂ। ਉਹ ਅੰਕੜਾ ਮੈਂ ਤੁਹਾਨੂੰ ਦੱਸਦਾ, ਸਭ ਤੋਂ ਜ਼ਿਆਦੀਆਂ 18,241 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ 2004 ਦੇ ਵਿੱਚ, ਸਭ ਤੋਂ ਜ਼ਿਆਦਾ NCR ਦੀ ਰਿਪੋਰਟ ਮੁਤਾਬਕ। ਤੇ ਜੇ ਮੈਂ ਸਟੇਟਾਂ ਦੀ ਗੱਲ ਕਰਾਂ, ਮਹਾਰਾਸ਼ਟਰ ਨੰਬਰ 1 ਤੇ ਆ ਖੁਦਕੁਸ਼ੀਆਂ ਵਿੱਚ, ਕਰਨਾਟਕਾ ਦੂਜੇ ਨੰਬਰ ਤੇ ਆਉਂਦਾ ਖੁਦਕੁਸ਼ੀਆਂ ਦੇ ਮਾਮਲੇ 'ਚ ਕਿਸਾਨਾਂ ਦੇ, ਨੰਬਰ 3 ਤੇ ਮੱਧ ਪ੍ਰਦੇਸ਼ ਆਉਂਦਾ, ਫਿਰ ਆਂਧਰਾ ਪ੍ਰਦੇਸ਼ ਚੌਥੇ ਤੇ, ਤੇਲੰਗਾਨਾ 5ਵੇਂ ਨੰਬਰ ਤੇ ਆਉਂਦਾ ਭਾਰਤ ਦੇ ਵਿੱਚ ਖੁਦਕੁਸ਼ੀਆਂ ਦੇ ਮਾਮਲੇ 'ਚ। ਤੇ ਫਿਰ 6ਵੇਂ ਨੰਬਰ ਤੇ ਛੱਤੀਸਗੜ੍ਹ ਦਾ ਨੰਬਰ ਆ, 7ਵੇਂ ਤੇ ਗੁਜਰਾਤ, 8ਵੇਂ ਤੇ ਹਰਿਆਣਾ, 9ਵੇਂ ਤੇ ਪੰਜਾਬ ਆਉਂਦਾ ਖੁਦਕੁਸ਼ੀਆਂ ਦੇ ਮਾਮਲੇ 'ਚ। ਤੁਸੀਂ ਦੇਖਦੇ ਹੋਵੋਗੇ ਪੰਜਾਬ ਦੀਆਂ ਅਖਬਾਰਾਂ ਵਿੱਚ 1-2 ਕਿਸਾਨ ਰੋਜ਼ ਖੁਦਕੁਸ਼ੀਆਂ ਕਰਦੇ ਆ। ਜਿਹੜੀ ਇਹ ਡਾਕਟਰ MS ਸਵਾਮੀਨਾਥਨ ਦੀ ਰਿਪੋਰਟ ਆ, ਸਿਰਫ ਤੇ ਸਿਰਫ ਕਿਸਾਨਾਂ ਦੀਆਂ ਖੁਦਕੁਸ਼ੀਆਂ ਘੱਟ ਕੀਤੀਆਂ ਜਾਣ ਤੇ ਇਹਨਾਂ ਦਾ ਜਿਹੜਾ ਮੁੱਲ ਆ ਫਸਲਾਂ ਦਾ ਸਹੀ ਦਿੱਤਾ ਜਾਵੇ। ਮੈਂ ਹੁਣ MS ਸਵਾਮੀਨਾਥਨ ਰਿਪੋਰਟ ਦੇ 3 ਪਹਿਲੂ ਦੱਸਦਾ। ਇਸ ਰਿਪੋਰਟ ਨੂੰ 3 ਭਾਗਾਂ ਵਿੱਚ ਵੰਡਿਆ ਗਿਆ। A2 ਦੇ ਵਿੱਚ ਕੀ ਸੀ? A2 ਦੇ ਵਿੱਚ ਇਹਨਾਂ ਨੇ ਦੇਖਣਾ ਸੀ ਖਾਦ ਦਾ ਖਰਚ, ਬੀਜ ਦਾ ਖਰਚ ਤੇ ਕੀਟਨਾਸ਼ਕ ਜਿੰਨੇ ਸਾਡੇ ਖੇਤਾਂ ਵਿੱਚ ਪਿਆ ਜਾਂਦਾ। A2 ਦੇ ਵਿੱਚ ਇਹਨਾਂ ਦੇ ਖਰਚੇ ਕੱਢੇ ਗਏ। ਨੰਬਰ 2 ਤੇ A2+ FL ਦਾ ਮਤਲਬ ਹੁੰਦਾ ਫੈਮਿਲੀ ਲੇਬਰ। ਕੀਟਨਾਸ਼ਕ, ਖਾਦ ਤੇ ਬੀਜ ਦਾ ਖਰਚਾ ਕੱਢ ਕੇ ਫਿਰ 2 ਖਰਚੇ FL ਦੇ ਵਿੱਚ ਦੇਖੇ ਗਏ ਕਿ ਸਾਡਾ ਫੈਮਿਲੀ ਲੇਬਰ ਕਿੰਨੀ ਬਣਦੀ ਆ ਖੇਤਾਂ 'ਚ, ਅਸੀਂ ਵੀ ਦਿਹਾੜੀ ਗਿਣਨੀ ਆਪਣੀ। ਫਿਰ ਦੂਜੀ ਦੇਖੀ ਗਈ ਸਿੰਚਾਈ ਵਿੱਚ ਕਿੰਨਾ ਖਰਚਾ ਆਉਂਦਾ ਟੋਟਲ ਇਹਨਾਂ ਦਾ। ਫਿਰ ਨੰਬਰ 3 ਤੇ ਜਿਹੜੀ ਭਾਗ ਵੰਡਿਆ ਗਿਆ C2,
C2 ਦੇ ਵਿੱਚ ਦੋ ਚੀਜ਼ਾਂ ਹੋਰ ਐਡ ਕੀਤੀਆਂ ਗਈਆਂ, ਸਾਡੀਆਂ ਜ਼ਮੀਨਾਂ ਦੇ ਠੇਕੇ, ਜੋ ਅਸੀਂ ਕਿੰਨੇ ਨੂੰ ਠੇਕੇ ਤੇ ਜ਼ਮੀਨ ਲਈ ਆ, ਤੇ ਨੰਬਰ 3 ਤੇ ਜੇ ਕਣਕ ਵਿੱਚ ਟੋਟਲ ਸਾਡਾ 30,000 ਖਰਚਾ ਆਉਂਦਾ ਤੇ ਉਹ 30,000 ਨੂੰ ਵਿਆਜ ਵੀ ਵਿੱਚ ਐਡ ਕੀਤਾ ਗਿਆ ਕਿ 6 ਮਹੀਨੇ 'ਚ ਇਹ 30,000 ਕਿਸਾਨਾਂ ਦਾ ਸਟਕ ਹੋ ਗਿਆ। ਹੁਣ ਇਹਦੇ ਤੇ ਸਰਕਾਰ ਸਾਨੂੰ ਵਿਆਜ ਵੀ ਦੇਵੇ 30,000 ਨੂੰ 6 ਮਹੀਨਿਆਂ ਦੀ, ਤੇ ਜਿੰਨੀ ਕਣਕ ਤੇ ਸਾਡਾ ਖਰਚਾ ਆਇਆ, ਇਸ ਰਿਪੋਰਟ ਦਾ ਮਤਲਬ ਸੀ ਇਹਦੇ ਨਾਲੋਂ ਦੁੱਗਣੀ ਕਣਕ ਸਾਡੀ ਵਿਕੀ ਜਾਵੇ। ਜੇ 30,000 ਸਾਡਾ ਖਰਚਾ ਹੀ ਆ, ਕਣਕ ਦਾ ਸਾਨੂੰ ਕਿੰਨਾ ਮੁੱਲ ਮਿਲਣਾ ਚਾਹੀਦਾ? 60,000। ਲਗਭਗ 50% ਕਿਸਾਨਾਂ ਨੂੰ ਪ੍ਰੋਫਿਟ ਹੋਣਾ ਚਾਹੀਦਾ ਆ। ਇਹ ਰਿਪੋਰਟ ਆ। ਹੁਣ ਤੁਸੀਂ ਦੱਸੋ ਸਾਨੂੰ ਇਹ ਰਿਪੋਰਟ ਲਾਗੂ ਹੋਣੀ ਚਾਹੀਦੀ ਆ ਕਿ ਨਹੀਂ? ਜੇ ਚਾਹੀਦੀ ਤੇ ਹੱਥ ਖੜਾ ਕਰਕੇ ਦੱਸੋ। ਸਵਾਮੀਨਾਥਨ ਰਿਪੋਰਟ ਲਾਗੂ ਹੋਣੀ ਚਾਹੀਦੀ ਆ। 3 ਕਾਨੂੰਨ ਸਾਡੇ ਤੇ ਥੋਪੇ ਗਏ ਆ। ਜਿਹੜੀ ਚੀਜ਼ ਦੀ ਸਾਨੂੰ ਮੰਗ ਨਹੀਂ ਉਹ ਥੋਪੇ ਗਏ ਆ, ਜਿਹੜੀ ਚੀਜ਼ ਸਾਨੂੰ ਲੋੜ ਆ ਉਹਦਾ ਅੱਜ ਤੱਕ ਆਫਿਸਾਂ ਦੀ ਉਹ ਧੂੜ ਫੱਕਦੀ ਪਈ ਆ ਫਾਈਲ। ਜੇ ਮੋਦੀ ਸਰਕਾਰ ਕਿਸਾਨਾਂ ਦਾ ਕੋਈ ਸੋਚਣਾ ਚਾਹੁੰਦਾ ਆ ਤੇ ਇਹ ਸਵਾਮੀਨਾਥਨ ਰਿਪੋਰਟ ਕਿਸਾਨਾਂ ਤੇ ਲਾਗੂ ਕੀਤੀ ਜਾਵੇ। ਫਿਰ ਕੱਲੇ ਕਿਸਾਨਾਂ ਦਾ ਨਹੀਂ ਹੈ, ਜਿਹੜੀਆਂ ਜ਼ਮੀਨਾਂ ਬੰਜਰ ਆ ਉਹ ਆਦੀਵਾਸੀਆਂ ਨੂੰ ਘਾਟ ਮਾਲ ਡੰਗਰ ਚਾਰਨ ਲਈ ਦਿੱਤੀਆਂ ਜਾਣ, ਰਿਪੋਰਟ 'ਚ ਲਿਖਿਆ ਹੋਇਆ ਆ। ਫਿਰ ਜਿਹੜੀਆਂ ਬੰਜਰ ਜ਼ਮੀਨਾਂ ਲੋੜਵੰਦ ਨੂੰ ਦਿੱਤੀਆਂ ਜਾਣ, ਬੀਮਾ ਸਾਡਾ ਸਸਤਾ ਕੀਤਾ ਜਾਵੇ, ਸੌਖਾ ਮਿਲੇ ਸਾਨੂੰ ਬੀਮਾ, 23 ਫਸਲਾਂ ਤੇ ਸਾਨੂੰ MSP ਦੀ ਛੋਟੀ ਹੋਵੇ। ਤੇ ਫਿਰ ਜਿੱਥੇ ਸਿੰਚਾਈ ਦੇ ਸਾਧਨ ਨਹੀਂ ਹੈ ਉੱਥੇ ਸਿੰਚਾਈ ਦੇ ਸਾਧਨ ਮੁਹੱਈਆ ਕਰਾਏ ਜਾਣ। ਇਹ ਆ ਡਾਕਟਰ MS ਸਵਾਮੀਨਾਥਨ ਦੀ ਰਿਪੋਰਟ। ਤੇ ਜੇ ਇਹ ਰਿਪੋਰਟ ਲਾਗੂ ਹੁੰਦੀ, ਮੈਂ ਆંકੜੇ ਦੱਸਣ ਲੱਗਾ, ਆਪਣੇ ਕੋਲ ਗੱਲ ਨਹੀਂ ਕਰਦਾ, 2016 ਦੇ ਵਿੱਚ ਕਣਕ ਦਾ ਰੇਟ ਜਿੰਨਾ ਸੀ ਉਹਨੂੰ 119 ਰੁਪਏ ਵੱਧ ਹੋਣਾ ਸੀ 2016 ਵਿੱਚ, ਤੇ 2016 ਦੇ ਵਿੱਚ ਝੋਨੇ ਦਾ ਰੇਟ 550 ਰੁਪਇਆ ਵੱਧ ਹੋਣਾ ਸੀ ਉਸ ਸਮੇਂ ਮੁਤਾਬਕ, ਜੇ ਇਹ ਰਿਪੋਰਟ ਲਾਗੂ ਹੋਈ ਹੁੰਦੀ। ਤੇ ਵੀਰੋ ਪੜਿਆ ਕਰੋ, ਸਾਨੂੰ ਨੌਲੇਜ ਹੋਵੇ ਕੀ ਚੀਜ਼ਾਂ ਕਿਉਂ ਬਣੀਆਂ ਸੀ। ਹੁਣ ਮੈਂ ਲਾਸਟ ਵਿੱਚ ਇੱਕ ਤੁਹਾਨੂੰ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੋਟਾਂ ਹੁੰਦੀਆਂ ਇਹ ਸਾਡੇ ਦਿਮਾਗ ਨਾਲ ਖੇਲਦੇ ਆ ਪੋਲੀਟੀਸ਼ੀਅਨ। ਰਾਜਨੀਤੀ ਕਿੱਦਾਂ? ਇਹ ਝੰਡੇ ਬਹੁਤ ਲਾਉਂਦੇ ਆ, ਸਟੀਕਰ ਪਿੰਡਾ ਕਮਲ ਦੇ ਫੁੱਲ ਦਾ ਜਾਂ ਹੋਰ ਕਿਸੇ ਫੁੱਲ ਦਾ ਲਾ ਦਿੰਦੇ ਆ, ਸਾਡੇ ਦਿਮਾਗ ਤੇ ਇਹ ਇੱਕ ਬੋਝ ਬਣਾ ਦਿੰਦੇ ਆ ਜਾਂ ਸਾਡੀ ਮਾਨਸਿਕਤਾ ਨਾਲ ਖੇਲਦੇ ਆ। ਤੇ ਅੱਜ ਮੌਕਾ ਆ, ਅੱਜ ਅਸੀਂ ਸਰਕਾਰ ਦੀ ਮਾਨਸਿਕਤਾ ਨਾਲ ਖੇਲ ਸਕਦੇ ਆ। ਤੁਸੀਂ ਕਹੋਗੇ ਕਿੱਦਾਂ? ਨੈਸ਼ਨਲ ਹਾਈਵੇ ਆ ਜੰਮੂ ਕਸ਼ਮੀਰ ਤੋਂ ਦਿੱਲੀ ਤੱਕ ਆਉਂਦਾ, ਜਿੰਨੇ ਕਿਸਾਨਾਂ ਵੀਰਾਂ ਦੇ ਘਰ ਆ ਨਾ, ਜਿੰਨੇ ਕਿਸਾਨ ਵੀਰ ਜਾਂ ਕਿਸਾਨੀ ਸਪੋਰਟਰ ਵਿੱਚ ਖੜੇ ਆ, ਮੈਂ ਬੇਨਤੀ ਕਰਦਾ ਸਾਰਿਆਂ ਦੀਆਂ ਕੋਠਿਆਂ ਉੱਤੇ ਝੰਡੇ ਲੱਗੇ ਜਾਣ ਕਿਸਾਨੀ ਦੇ, ਕਿਉਂਕਿ ਨੈਸ਼ਨਲ ਜਿਹੜਾ ਹਾਈਵੇ ਆ ਉੱਤੇ MP ਵੀ ਜਾਣਗੇ, MLA ਵੀ ਜਾਣਗੇ, ਮੰਤਰੀ ਵੀ ਜਾਣਗੇ। ਜਦ ਦੇਖਣਗੇ ਬਈ ਐਨੇ ਸਪੋਰਟਰ ਇਹਨਾਂ ਦੇ ਖੜੇ ਆ ਤੇ ਇਹਨਾਂ ਤੇ ਮਾਨਸਿਕ ਦਬਾਅ ਪਾਵਾਂਗੇ। ਇਹਨਾਂ ਨੇ ਸਾਤੇ ਬਹੁਤ ਪਾਇਆ, ਪਰ ਹੁਣ ਇਹ ਮੌਕਾ ਜਿਨ੍ਹਾਂ ਦੇ ਘਰ ਹਾਈਵੇ ਦੇ ਨਾਲ ਨਾਲ ਲੱਗਦੇ ਆ ਉਹ ਆਪਣੇ ਕੋਠਿਆਂ ਉੱਤੇ ਕਿਸਾਨੀ ਦੇ ਝੰਡੇ ਉੱਚੇ ਕਰ ਕਰਕੇ ਲਾਉਣ। ਉਹਨਾਂ ਨੂੰ ਪਤਾ ਲੱਗ ਜਵੇ ਇਕੱਲੇ ਸਿੰਘੂ ਟਿਕੜੀ ਬਾਰਡਰ ਤੇ ਨਹੀਂ ਕਿਸਾਨ ਬੈਠੇ, ਕਿਸਾਨ ਅੱਜ ਘਰ ਘਰ ਜਾਗਰੂਕ ਹੋ ਗਏ। ਜੇ ਮੇਰੀ ਸਲਾਹ ਸਹੀ ਲੱਗੀ ਤੇ ਇੱਕ ਵਾਰੀ ਹੱਥ ਖੜਾ ਕਰ ਦੇਣਾ ਚਾਹੀਦਾ, ਕਿਉਂਕਿ ਨੈਸ਼ਨਲ ਹਾਈਵੇ ਇਹੋ ਜਿਹਾ ਜਿੱਥੋਂ ਨਰਿੰਦਰ ਮੋਦੀ ਵੀ ਲੰਘੂਗਾ, ਅਮਿਤ ਸ਼ਾਹ ਵੀ ਲੰਘੂਗਾ। ਇਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਇਹ ਸਪੋਰਟਰ ਇਕੱਲੇ ਸਿੰਘੂ ਬਾਰਡਰ ਜਾਂ ਗਾਜੀਪੁਰ ਨਹੀਂ ਬੈਠੇ, ਇਹ ਘਰ ਘਰ ਅੱਜ ਕਿਸਾਨ ਜਾਗਰੂਕ ਆ। ਹੋਈਆਂ ਗਲਤੀ ਭੁੱਲ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।